नरसो हीरा छाड़ कै करह आन की आस। ते नर दोजिक जाहेंगे सत पाखे रविदास। खंडा ब्रह्मंडा दे मालिक गुरुआं दे गुरु ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ, ਪ੍ਰਭੂ ਦਾ ਸਿਮਰਨ ਕੀਤਾ ਤੇ ਪਰਮੇਸ਼ਰ ਪਰਮਾਤਮਾ ਦਾ ਹੀ ਰੂਪ ਹੋ ਗਏ। ਸਤਿਗੁਰ ਰਵਿਦਾਸ ਮਹਾਰਾਜ ਜੀ, ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚ ਸਤਿਗੁਰ ਨਾਮਦੇਵ ਜੀ ਦਾ ਵੀ ਨਾਮ ਲਿਖਿਆ ਹੈ, ਨਾਮਦੇਵ ਕਬੀਰ ਤਲੋਚਨ ਸਦਨਾ ਸੈਨ ਤਰੇ, ਕਿ ਉਹਨਾਂ ਨੇ ਵੀ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ ਤੋ ਵੀ ਇਸ ਸੰਸਾਰ ਦੇ ਭਵ ਸਾਗਰ ਤੋਂ ਪਾਰ ਹੋ ਗਏ। ਤੇ ਸਤਿਗੁਰ ਨਾਮਦੇਵ ਜੀ, ਜਿਨ੍ਹਾਂ ਨੇ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕੀਤੀ ਹੈ, ਕਿ ਇੱਕ ਸਵਾਸ ਉਸ ਪਰਮੇਸ਼ਰ ਪਰਮਾਤਮਾ ਦੇ ਲੇਖੇ ਦੇ ਵਿੱਚ ਲਾਇਆ। ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਇਹਨਾਂ ਮਹਾਨ ਮਹਾਪੁਰਸ਼ਾਂ ਦਾ ਨਾਮ ਆਪਣੀ ਬਾਣੀ ਦੇ ਵਿੱਚ ਕਿਉਂ ਲਿਖਿਆ ਹੈ, ਕਿਉਂ ਉਦਾਹਰਨ ਦਿੱਤੀ ਹੈ? ਸਤਿਗੁਰ ਨਾਮਦੇਵ ਜੀ, ਸਤਿਗੁਰ ਕਬੀਰ ਜੀ, ਸਤਿਗੁਰ ਤਲੋਚਨ ਜੀ, ਸਤਿਗੁਰ ਸਦਨਾ ਜੀ, ਸਤਿਗੁਰ ਸੈਨ ਜੀ, ਕਿਉਂਕਿ ਉਸ ਸਮੇਂ ਭੇਦ ਭਾਵ ਬਹੁਤ ਸੀ, ਊਚ ਨੀਚ ਜਾਤਾਂ ਪਾਤਾਂ ਦਾ ਭੇਦ ਭਾਵ ਬਹੁਤ ਸੀ। ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਜਾਤ ਅਭਿਮਾਨੀ ਲੋਕਾਂ ਦੇ ਹੰਕਾਰ ਨੂੰ ਤੋੜਨ ਵਾਸਤੇ ਇਹ ਦੱਸਿਆ ਹੈ ਕਿ ਪਰਮੇਸ਼ਰ ਪਰਮਾਤਮਾ ਦੀ ਇਹਨਾਂ ਨੇ ਬੰਦਗੀ ਕੀਤੀ ਹੈ, ਛੋਟੀ ਜਾਤ ਦੇ ਵਿੱਚ ਪੈਦਾ ਹੋ ਕੇ ਤੇ ਪਰਮੇਸ਼ਰ ਪਰਮਾਤਮਾ ਦਾ ਹੀ ਰੂਪ ਹੋ ਗਏ। ਤੇ ਕੋਈ ਵੀ ਜੀਵ, ਚਾਹੇ ਕੋਈ ਉੱਚੀ ਜਾਤ ਦਾ ਹੈ ਚਾਹੇ ਛੋਟੀ ਜਾਤ ਦਾ ਹੈ, ਉਹ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਜਪ ਕੇ ਉੱਚਾ ਹੋ ਸਕਦਾ ਹੈ, ਕਿਉਂਕਿ ਮਾਲਕ ਦੇ ਦਰਬਾਰ ਦੇ ਵਿੱਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ, ਉੱਥੇ ਕੇਵਲ ਤੇ ਕੇਵਲ ਪ੍ਰੇਮ ਔਰ ਪਿਆਰ ਹੀ ਦੇਖਿਆ ਜਾਂਦਾ ਹੈ। ਫਿਰ ਜਿਨ੍ਹਾਂ ਨੇ ਵੀ ਉਸ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਕੀਤਾ, ਉਹਨਾਂ ਨੇ ਹੀ ਮਾਲਕ ਨੂੰ ਪ੍ਰਾਪਤ ਕੀਤਾ ਹੈ। पलट ऊंची जात का मत कोई करे हंकार, साहिब के दरबार में केवल भगत प्यार। ਉਹ ਮਾਲਕ ਦੇ ਦਰਬਾਰ ਦੇ ਵਿੱਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ ਹੈ, ਜੋ ਜਾਤਾਂ ਪਾਤਾਂ ਨੇ ਸੰਸਾਰ ਦੀਆਂ ਬਣਾਈਆਂ ਹੋਈਆਂ ਨੇ, ਪਰ ਉਹ ਮਾਲਕ ਦੇ ਦਰਬਾਰ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ, ਉੱਥੇ ਪ੍ਰੇਮ ਔਰ ਭਗਤੀ ਹੀ ਦੇਖੀ ਜਾਂਦੀ ਹੈ। ਸਤਿਗੁਰ ਨਾਮਦੇਵ ਜੀ ਨੇ ਇਹੋ ਜਿਹੀ ਭਗਤੀ ਕੀਤੀ, ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਿਆ, ਤੇ ਜਦੋਂ ਪਰਮੇਸ਼ਰ ਪਰਮਾਤਮਾ ਨੂੰ ਉਹਨਾਂ ਨੇ ਯਾਦ ਕੀਤਾ ਤੇ ਉਹ ਪਰਮੇਸ਼ਰ ਉਹ ਪਰਮਾਤਮਾ ਪ੍ਰਗਟ ਹੋਏ। ਜਦੋਂ ਸਤਿਗੁਰ ਨਾਮਦੇਵ ਜੀ ਆਏ, ਉਸ ਵੇਲੇ ਬਹੁਤ ਭੇਦ ਭਾਵ ਸੀ ਜਾਤਾਂ ਪਾਤਾਂ ਦਾ, ਤੇ ਸਤਿਗੁਰ ਨਾਮਦੇਵ ਜੀ ਹਰ ਵੇਲੇ ਉਹ ਪਰਮੇਸ਼ਰ ਉਹ ਪਰਮਾਤਮਾ ਨੂੰ ਯਾਦ ਕਰਿਆ ਕਰਦੇ ਸਨ। ਤੇ ਸਤਿਗੁਰ ਨਾਮਦੇਵ ਜੀ ਇੱਕ ਵਾਰ ਉਹ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਹੋਏ ਇੱਕ ਮੰਦਰ ਦੇ ਵਿੱਚ ਗਏ, ਤੇ ਮੰਦਰ ਦੇ ਵਿੱਚ ਬੈਠ ਕੇ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਗੁਣ ਗਾ ਰਹੇ ਨੇ ਖੁਸ਼ੀ ਦੇ ਵਿੱਚ। ਤੇ ਉਹ ਜੋ ਮੰਦਰ ਦੇ ਪੈਰੋਕਾਰ ਸਨ, ਉਹਨਾਂ ਨੇ ਦੇਖਿਆ ਕਿ ਛੋਟੀ ਜਾਤ ਦਾ ਨਾਮਦੇਵ ਸਾਡੇ ਮੰਦਰ ਦੇ ਵਿੱਚ ਕਿਸ ਤਰ੍ਹਾਂ ਆ ਗਿਆ। ਉਹਨਾਂ ਨੇ ਸਤਿਗੁਰ ਨਾਮਦੇਵ ਜੀ ਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਦਿੱਤਾ, ਕਹਿਣ ਲੱਗੇ ਕਿ ਤੈਨੂੰ ਇਸ ਮੰਦਰ ਦੇ ਵਿੱਚ ਵੜਨ ਦਾ ਕੋਈ ਅਧਿਕਾਰ ਨਹੀਂ। ਤੇ ਉਹਨਾਂ ਨੇ ਸਤਿਗੁਰ ਨਾਮਦੇਵ ਜੀ ਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ। ਤੇ ਸਤਿਗੁਰ ਨਾਮਦੇਵ ਜੀ ਦਾ ਜਿਹੜਾ ਮਨ ਬਹੁਤ ਪਰੇਸ਼ਾਨ ਹੋਇਆ ਕਿ ਪਰਮਾਤਮਾ ਜੀ, ਅਸੀਂ ਆਪ ਦਾ ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਤੇ ਫਿਰ ਵੀ ਸਾਡੇ ਨਾਲ ਇਸ ਤਰ੍ਹਾਂ ਦੀ ਹੋ ਰਹੀ ਹੈ। ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਦੇ ਵਿੱਚ ਲਿਖਿਆ ਹੈ, ਆਪਨ ਬਾਪੇ ਨਾਹੀ ਕਿਸੇ ਕੋ ਪਾਵਨ ਕੋ ਹਰ ਰਾਜਾ, ਕਿ ਉਹ ਪਰਮੇਸ਼ਰ ਉਹ ਪਰਮਾਤਮਾ ਕਿਸੇ ਦੀ ਬਾਪ ਦੀ ਜਾਇਦਾਦ ਨਹੀਂ, ਉਸ ਨੂੰ ਕੋਈ ਵੀ ਜਪ ਸਕਦਾ ਹੈ, ਕੋਈ ਵੀ ਸਿਮਰ ਸਕਦਾ ਹੈ। ਤੇ ਜਦੋਂ ਸਤਿਗੁਰ ਨਾਮਦੇਵ ਜੀ ਨੂੰ ਉਹਨਾਂ ਨੇ ਮੰਦਰ ਤੋਂ ਬਾਹਰ ਕੱਢ ਦਿੱਤਾ, ਤੇ ਸਤਿਗੁਰ ਨਾਮਦੇਵ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈਠ ਗਏ। ਤੇ ਸਤਿਗੁਰ ਨਾਮਦੇਵ ਜੀ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਨਾਲ ਆਪਣੀ ਲਿਪ ਜੋੜ ਲਈ ਪਰਮੇਸ਼ਰ ਪਰਮਾਤਮਾ ਨੂੰ ਯਾਦ ਕਰਦੇ ਨੇ, ਤੇ ਪਰਮੇਸ਼ਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਕੀ ਅਰਦਾਸ ਬੇਨਤੀ ਕਰਦੇ ਨੇ, ਹਸਤ ਖੇਲਤ ਤੇਰੇ ਦੇਹਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਕਿ ਪਰਮਾਤਮਾ ਜੀ ਮੈਂ ਆਪ ਦੀ ਭਗਤੀ ਕਰ ਰਿਹਾ ਸੀ, ਇਹਨਾਂ ਹੰਕਾਰੀ ਲੋਕਾਂ ਨੇ ਮੈਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ, ਨਾਮਾ ਪਕੜ ਉਠਾਇਆ, ਇਹਨਾਂ ਨੇ ਮੈਨੂੰ ਬਾਹ ਤੋਂ ਫੜ ਕੇ ਬਾਹਰ ਕੱਢ ਦਿੱਤਾ। ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਕਿ ਪਰਮਾਤਮਾ ਜੇਕਰ ਮੇਰਾ ਇਹੀ ਗੁਨਾਹ ਹੈ ਕਿ ਮੇਰਾ
ਛੋਟੀ ਜਾਤੀ ਦੇ ਵਿੱਚ ਜਨਮ ਹੋਇਆ ਹੈ, ਤਾਂ ਫਿਰ ਮੈਨੂੰ ਆਪ ਨੇ ਕਿਉਂ ਉਹਨਾਂ ਦੇ ਘਰ ਜਨਮ ਦਿੱਤਾ ਹੈ? ਸ਼ੀਪੇ ਕੇ ਜਨਮ ਕਾਹੇ ਕੋ ਆਇਆ। ਤੇ ਫਿਰ ਮੈਨੂੰ ਸ਼ੀਪਿਆਂ ਦੇ ਘਰ ਕਿਉਂ ਜਨਮ ਦਿੱਤਾ ਹੈ, ਜਿੱਥੇ ਪਰਮਾਤਮਾ ਦੇ ਨਾਮ ਜਪਣ ਵਾਲਿਆਂ ਦਾ ਇਹੀ ਹਾਲ ਹੁੰਦਾ ਹੈ। ਮੂਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੇ ਕੋਇਲਾ। ਇਹ ਪੰਡਿਆ ਮੋਕੋ ਢੇਰ ਕਹਿਤ ਹੈ, ਤੇਰੀ ਪੈਜ ਪਛੋੜੀ ਹੋਇਲਾ। ਸਤਿਗੁਰੂ ਨਾਮਦੇਵ ਜੀ ਉਹ ਪਰਮੇਸ਼ਰ ਉਹ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਪਰਮਾਤਮਾ ਜੀ, ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ। ਜੇਕਰ ਮੁਕਤੀ ਦੇਣੀ ਹੈ ਤੇ ਅੱਜ ਇਹਨਾਂ ਹੰਕਾਰੀ ਲੋਕਾਂ ਦੇ ਹੰਕਾਰ ਨੂੰ ਤੋੜਨਾ ਹੈ। ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ। ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘਟ ਰਹੀ ਹੈ ਕਿ ਤੇਰੀ ਬੰਦਗੀ ਕਰਨ ਵਾਲਾ ਕੋਈ ਬੰਦਾ ਨੀਚ ਰਹਿ ਸਕਦਾ ਹੈ। ਤੇ ਸਤਿਗੁਰੂ ਨਾਮਦੇਵ ਜੀ ਉਹ ਪਰਮੇਸ਼ਰ ਪਰਮਾਤਮਾ ਨੂੰ ਇਹ ਅਰਦਾਸ ਬੇਨਤੀ ਕਰਦੇ ਨੇ ਕਿ ਪਰਮਾਤਮਾ ਜੀ, ਮਰਨੇ ਤੋਂ ਬਾਅਦ ਮੁਕਤੀ ਕਿਸਨੇ ਦੇਖਣੀ ਹੈ? ਜੇਕਰ ਮੁਕਤੀ ਦੇਣੀ ਹੈ ਤਾਂ ਜੀਂਦੇ ਜੀ ਦੇ। ਅੱਜ ਇਹਨਾਂ ਹੰਕਾਰੀ ਲੋਕਾਂ ਦੇ ਹੰਕਾਰ ਨੂੰ ਤੋੜਨਾ ਹੈ। ਫਿਰ ਸਤਿਗੁਰੂ ਨਾਮਦੇਵ ਜੀ ਨੇ ਪੂਰੇ ਦਾ ਪੂਰਾ ਮੰਦਰ ਕਮਾ ਦਿੱਤਾ ਆਪਣੇ ਭਗਤਾਂ ਦੀ ਖਾਤਰ। ਲੈ ਕੰਬਲੀ ਚੱਲਿਓ ਪਲਟਾਏ, ਦੇਹਰੇ ਪਾਛੇ ਬੈਠਾ ਜਾਏ। ਸਤਿਗੁਰੂ ਨਾਮਦੇਵ ਜੀ ਨੇ ਕੰਬਲੀ ਦੀ ਮੁੱਕਲ ਮਾਰੀ ਹੈ ਤੇ ਮੰਦਰ ਦੇ ਪਿਛਾੜੀ ਜਾ ਕੇ ਬੈਠ ਗਏ, ਮੰਦਰ ਦੇ ਪਿਛਲੇ ਪਾਸੇ ਬੈਠ ਗਏ। ਉਹ ਪਰਮੇਸ਼ਰ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਨੇ, ਪਰਮਾਤਮਾ ਨੂੰ ਮੇਣੇ ਮਾਰ ਰਹੇ ਨੇ ਕਿ ਪਰਮਾਤਮਾ, ਅੱਜ ਤੇਰੇ ਭਗਤਾਂ ਦਾ ਇਹ ਹਾਲ ਹੈ। ਜਿਉ ਜਿਉ ਨਾਮਾ ਹਰ ਗੁਣ ਉਚਰੇ, ਭਗਤ ਜਨਾ ਕੋ ਦੇਹਰਾ ਫਿਰੇ। ਸਤਿਗੁਰੂ ਨਾਮਦੇਵ ਜੀ ਜਦੋਂ ਮੰਦਰ ਦੇ ਪਿੱਛੇ ਬੈਠ ਕੇ ਉਹ ਪਰਮੇਸ਼ਰ ਉਹ ਪਰਮਾਤਮਾ ਨੂੰ ਯਾਦ ਕਰ ਰਹੇ ਨੇ, ਜਿਉ ਜਿਉ ਮਾਲਕ ਨੂੰ ਯਾਦ ਕਰ ਰਹੇ ਨੇ, ਤੇ ਉੱਤੇ ਕੀ ਕੌਤਕ ਹੋਇਆ ਕਿ ਉਹ ਪਰਮੇਸ਼ਰ ਉਹ ਪਰਮਾਤਮਾ ਖੁਦ ਪ੍ਰਗਟ ਹੋ ਗਏ। ਭਗਤ ਜਨਾ ਕੋ ਦੇਹਰਾ ਫਿਰੇ। ਤੇ ਉਹ ਪਰਮੇਸ਼ਰ ਉਹ ਪਰਮਾਤਮਾ ਨੇ ਉਹ ਮੰਦਰ ਨੂੰ ਹੀ ਘੁਮਾ ਦਿੱਤਾ। ਦੇਹਰਾ ਮੰਦਰ ਨੂੰ ਕਿਹਾ, ਮੰਦਰ ਨੂੰ ਘੁਮਾ ਦਿੱਤਾ। ਜਿੱਧਰਲੇ ਪਾਸੇ ਸਤਿਗੁਰੂ ਨਾਮਦੇਵ ਜੀ ਬੈਠੇ ਸਨ, ਉਹ ਮੰਦਰ ਦਾ ਮੂੰਹ ਉਧਰ ਨੂੰ ਕਰ ਦਿੱਤਾ। ਤੇ ਉਹ ਜਿਹੜੇ ਜਾਤ ਅਭਿਮਾਨੀ ਲੋਕ ਸਨ, ਜਦੋਂ ਉਹਨਾਂ ਨੇ ਕੌਤਕ ਦੇਖਿਆ ਤੇ ਉਹ ਸਤਿਗੁਰੂ ਨਾਮਦੇਵ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਰਹੇ ਨੇ, ਮਾਫੀ ਮੰਗ ਰਹੇ ਨੇ ਕਿ ਮਹਾਰਾਜ, ਸਾਡੇ ਕੋਲੋਂ ਗਲਤੀ ਹੋ ਗਈ, ਅਸੀਂ ਆਪ ਨੂੰ ਪਹਿਚਾਣ ਨਹੀਂ ਸਕੇ। ਜਿਹੜਾ ਉਹ ਪਰਮੇਸ਼ਰ ਹੈ, ਉਹ ਪਰਮਾਤਮਾ ਹੈ। ਜਿਹੜੀਆਂ ਰੂਹਾਂ ਉਸ ਮਾਲਕ ਦੇ ਨਾਲ ਜੁੜ ਜਾਂਦੀਆਂ ਨੇ, ਫਿਰ ਪ੍ਰਭੂ ਆਪਣੇ ਪਿਆਰਿਆਂ ਦੀ ਹਮੇਸ਼ਾ ਲਾਜ ਰੱਖਦਾ ਹੈ। ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਆਇਆ। ਉਹ ਪਰਮੇਸ਼ਰ ਉਹ ਪਰਮਾਤਮਾ ਆਪਣੇ ਪਿਆਰਿਆਂ ਦੀ ਹਮੇਸ਼ਾ ਹੀ ਲਾਜ ਰੱਖਦਾ ਹੈ। ਜਿਵੇਂ ਆ ਸਤਿਗੁਰੂ ਨਾਮਦੇਵ ਜੀ ਦੀ ਖਾਤਰ ਉਹ ਪਰਮੇਸ਼ਰ ਉਹ ਪਰਮਾਤਮਾ ਨੇ ਮੰਦਰ ਨੂੰ ਹੀ ਘੁਮਾ ਦਿੱਤਾ। ਜੇਕਰ ਅਸੀਂ ਦੇਖੀਏ, ਇੱਕ ਲੱਗੀ ਇੱਟ ਨੂੰ ਘੁਮਾਉਣਾ ਹੋਵੇ ਤਾਂ ਵੀ ਬੜਾ ਮੁਸ਼ਕਿਲ ਹੈ, ਪਰ ਉਹ ਪਰਮੇਸ਼ਰ ਉਹ ਪਰਮਾਤਮਾ ਨੇ ਆਪਣੇ ਭਗਤਾਂ ਦੀ ਖਾਤਰ ਪੂਰਾ ਮੰਦਰ ਘੁਮਾ ਦਿੱਤਾ। ਫਿਰ ਜਿਹੜੇ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪਿਆਰੇ ਨੇ, ਉਹ ਇਸ ਸੰਸਾਰ ਦੇ ਲੋਕਾਂ ਨੂੰ ਆਪਣਾ ਦੁੱਖ ਨਹੀਂ ਸੁਣਾਉਂਦੇ, ਉਹ ਪਰਮੇਸ਼ਰ ਪਰਮਾਤਮਾ ਨੂੰ ਹੀ ਸੁਣਾਉਂਦੇ ਨੇ, ਕਿਉਂਕਿ ਉਹਨਾਂ ਦਾ ਪ੍ਰੇਮ ਔਰ ਪਿਆਰ ਉਹ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਉਹ ਪਰਮੇਸ਼ਰ ਉਹ ਪਰਮਾਤਮਾ ਦਾ ਨਾਮ ਜਪਣ ਵਾਲੇ ਪੂਰਨ ਸੰਤ ਮਹਾਂਪੁਰਸ਼ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਨੇ, ਤੇ ਪਰਮਾਤਮਾ ਉਹਨਾਂ ਸੰਤਾਂ ਮਹਾਂਪੁਰਸ਼ਾਂ ਦਾ। ਕਿਉਂਕਿ ਸੰਸਾਰ ਦੇ ਵਿੱਚ ਜਿਹੜਾ ਸੱਚਾ ਪ੍ਰੇਮ ਔਰ ਪਿਆਰ ਕਰਨ ਵਾਲੇ ਪੂਰਨ ਸੰਤ ਮਹਾਂਪੁਰਸ਼ ਹੀ ਨੇ ਉਹ ਪਰਮੇਸ਼ਰ ਉਹ ਪਰਮਾਤਮਾ ਨੂੰ। ਤੇ ਫਿਰ ਉਹ ਪਰਮਾਤਮਾ ਹਮੇਸ਼ਾ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਜਿਵੇਂ ਸਤਿਗੁਰੂ ਨਾਮਦੇਵ ਜੀ ਦੀ ਖਾਤਰ ਉਹਨਾਂ ਨੇ ਮੰਦਰ ਨੂੰ ਘੁਮਾ ਦਿੱਤਾ, ਕਿਉਂਕਿ ਉਹਨਾਂ ਦਾ ਉਹ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਹੈ। ਫਿਰ ਜਿਨ੍ਹਾਂ ਨੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਮਾਲਕ ਦੇ ਨਾਲ ਸੱਚਾ ਪ੍ਰੇਮ ਔਰ ਪਿਆਰ ਕੀਤਾ ਹੈ, ਉਹਨਾਂ ਨੇ ਹੀ ਮਾਲਕ ਨੂੰ ਪ੍ਰਾਪਤ ਕੀਤਾ ਹੈ। ਤੇ ਇਸ ਕਰਕੇ ਜੇਕਰ ਅਸੀਂ ਵੀ ਸੱਚਾ ਉਸ ਮਾਲਕ ਦੇ ਨਾਲ ਪ੍ਰੇਮ ਔਰ ਪਿਆਰ ਕਰਾਂਗੇ ਤਾਂ ਫਿਰ ਉਹ ਮਾਲਕ ਵੀ ਸਾਡਾ ਹੋ ਸਕਦਾ ਹੈ, ਕਿਉਂਕਿ ਪਰਮਾਤਮਾ ਪ੍ਰੇਮ ਔਰ ਪਿਆਰ ਦਾ ਹੀ ਭੁੱਖਾ ਹੈ। ਜਿਵੇਂ ਆ ਸਤਿਗੁਰੂ ਨਾਮਦੇਵ ਜੀ ਦੀ ਖਾਤਰ ਉਹ ਪਰਮੇਸ਼ਰ ਉਹ ਪਰਮਾਤਮਾ ਨੇ ਪੂਰੇ ਦਾ ਪੂਰਾ ਮੰਦਰ ਘੁਮਾ ਦਿੱਤਾ ਹੈ। ਇਹ ਸਭ ਉਹ ਪਰਮੇਸ਼ਰ ਉਹ ਪਰਮਾਤਮਾ ਦੇ ਪ੍ਰੇਮ ਔਰ ਪਿਆਰ ਭਗਤੀ ਦੀਆਂ ਗੱਲਾਂ ਨੇ। ਫਿਰ ਜੇਕਰ ਅਸੀਂ ਵੀ ਉਸ ਪਰਮੇਸ਼ਰ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਸਾਨੂੰ ਵੀ ਭਗਤੀ ਕਰਨੀ ਪਵੇਗੀ, ਸੱਚਾ ਪ੍ਰੇਮ ਔਰ ਪਿਆਰ ਕਰਨਾ ਪਵੇਗਾ। ਫਿਰ ਹੀ ਅਸੀਂ ਉਸ ਮਾਲਕ ਨੂੰ
ਪ੍ਰਾਪਤ ਕਰ ਸਕਦੇ ਹਾਂ। ਭਗਤ ਕਰੋ ਹਰ ਕੇ ਗੁਣ ਗਾਓ, 8 ਪੈਰ ਆਪਣਾ ਖਸਮ ਧਿਆਓ। ਇਕੱਠੇ ਪੈਰ ਉਹ ਪਰਮੇਸ਼ਰ, ਉਹ ਪਰਮਾਤਮਾ ਨੂੰ ਯਾਦ ਕਰਨਾ ਹੈ, ਸਿਮਰਨ ਕਰਨਾ ਹੈ, ਤੇ ਫਿਰ ਹੀ ਅਸੀਂ ਉਸ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਜਪੋ ਜੀ ਸਤਨਾਮ ਸਤਨਾਮ।